ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुਰਾਂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਗੁਰੂ ਦੇ ਦਰ ਜੁੜ ਕੇ गुरु की इलाही बाणी का कीर्तन आप जी ने श्रवण किया। बाणी द्वारा वाहिगुरु नाल जुड़न का अपनी तरफों यतन कर रहे हैं। सतगुरु अज दे इस पावन बचन अंदर जो मनुख धर्म की गल करते हैं उन्हां दे संबंध विच सानू समझाउंदे ने कि धर्म की गल करन वाला, धर्म का प्रचार करन वाला वो खुद ही माया दे विच उलझिया होया, वो खुद ही लोभ विच फसिया होया। ते ऐसा लोभी बंदा वो धर्म की गल की करेगा, की वो धर्म का प्रचार करेगा, क्योंकि ओदी मनशा सिर्फ माया हासिल करने दी है। उन्हें मन विच सिर्फ पैसा है कि पैसा हासिल होवे, चीज़ां हासिल हो। इसलिए वो धर्म की वरतों भी माया हासिल करने लई ही कर रहे हैं। ते सतगुरु कहंदे जिहड़े ऐसे लोग ने धर्म की गल करने वाले, फिर वो बंदे तां डुबदे ही डुबदे ने, वो कदे पार नहीं लंघ सकते। गुरु अर्जन देव महाराज कहते ने ऐसे ब्राह्मण डूबे भाई। ब्राह्मण जो धर्म का प्रचार करता है, ब्राह्मण तो मतलब इत्थे वो हर बंदा जिहड़ा भी अपने आप नूं कहंदा है कि मैं धर्म का प्रचार करदा हां, चाहे वो सिखां विच होवे, चाहे वो हिंदुआं विच होवे, ते चाहे वो मुसलमानां विच होवे, चाहे वो किसे विच भी होवे, कोई भी। इसलिए बेशक ये शब्द जिस वेले उचारण किया गया होवेगा किसी ब्राह्मण नूं संबोधन करके उचारण किया गया होना। कोई ब्राह्मण गुरु साहब के सामने होवेगा, उसनूं संबोधन करके सतगुरु ने यह शब्द उचारिया होवेगा। पर अजोके समय विच इस शब्द का मायना उन्हां सब लोकां लई है जिहड़े अपने आप नूं धर्म दा रखियक समझदे ने, धर्म की गल करन वाले, हर उस प्रचारक लई, हर उस ग्रंथी कथावाचक रागी सब लई जिहड़ा भी धर्म की गल करता है, चाहे वो कोई छोटा है तो चाहे कोई बड़ा है। सतगुरु कहंदे ऐसे बंदे डुब जाते हैं। कैसे? ऐसे ब्राह्मण डूबे भाई निरपराध चितवें बुराई। जिहड़े उन्हां लोकां दी बुराई करते ने जिन्हां ने कदे कोई अपराध किया ही नहीं। निरपराध किसे ऐसे बंदे दी बुराई करना जिहदा कोई कसूर ही नहीं, इस गल नूं जानना। क्योंकि बहुत सारियां गल्लां
ਉਹਨੂੰ ਕਈ ਪੱਖਾਂ ਤੋਂ ਦੇਖਣ ਤੋਂ ਬਾਅਦ ਉਹ ਸਮਝ ਆਉਂਦੀਆਂ। ਸਤਿਗੁਰੂ ਕਹਿੰਦੇ ਜਿਹੜਾ ਨਿਰ-ਅਪਰਾਧ ਹੈ, ਜਿਵੇਂ ਤੁਸੀਂ ਕੋਈ ਅਪਰਾਧ ਨਹੀਂ ਕੀਤਾ ਪਰ ਫਿਰ ਵੀ ਕੋਈ ਬੰਦਾ ਤੁਹਾਡੀ ਨਿੰਦਾ ਕਰੇ, ਤੁਹਾਡੀ ਬੁਰਾਈ ਕਰੇ, ਤੁਸੀਂ ਕਦੇ ਕੋਈ ਮਾੜਾ ਨਹੀਂ ਕੀਤਾ ਪਰ ਫਿਰ ਵੀ ਤੁਹਾਡੀ ਬੁਰਾਈ ਹੋ ਰਹੀ ਹੋਵੇ, ਨਿਰ-ਅਪਰਾਧ। ਤੇ ਐਸਾ ਨਿਰ-ਅਪਰਾਧ ਬੰਦਿਆਂ ਦੀ ਬੁਰਾਈ ਕਰਨ ਵਾਲਾ ਬੰਦਾ ਸਤਿਗੁਰੂ ਕਹਿੰਦੇ ਉਹ ਕਿਵੇਂ ਤਰ ਸਕਦਾ ਹੈ, ਉਹ ਕਿਵੇਂ ਪਾਰ ਲੰਘ ਸਕਦਾ ਹੈ? ਉਹ ਡੁੱਬੇਗਾ ਹੀ ਡੁੱਬੇਗਾ। ਜਦੋਂ ਕੋਈ ਬੰਦਾ ਕਿਸੇ ਨੂੰ ਦਾਨ ਨਹੀਂ ਨਾ ਦਿੰਦਾ, ਬਾਹਮਣ ਨੂੰ ਦਾਨ ਨਹੀਂ ਦਿੰਦਾ, ਤਾਂ ਬ੍ਰਾਹਮਣ ਉਸ ਦੇ ਪ੍ਰਤੀ ਮਨ ਵਿੱਚ ਬੁਰਾ ਸੋਚਦਾ, ਉਹਦੀ ਬੁਰਾਈ ਕਰਦਾ ਹੈ। ਬਹੁਤ ਦਫਾ ਐਸਾ ਹੁੰਦਾ ਹੈ, ਤੁਸੀਂ ਇਹ ਵੇਖਿਆ ਹੋਵੇਗਾ ਬਚਪਨ ਵਿੱਚ ਕਿ ਛੋਟੇ ਛੋਟੇ ਬੱਚੇ ਉਹ ਲੋਹੜੀ ਮੰਗਣ ਜਾਂਦੇ ਨੇ ਲੋਕਾਂ ਦੇ ਘਰਾਂ ਵਿੱਚ, ਜਿਹੜਾ ਤੇ ਉਹਨਾਂ ਨੂੰ ਕੁਛ ਨਾ ਕੁਛ ਦੇ ਦਿੰਦਾ ਹੈ, ਉਸ ਨੂੰ ਉਹ ਕਹਿੰਦੇ ਨੇ ਕਿ ਇਹ ਘਰ ਬਹੁਤ ਚੰਗਾ ਹੈ। ਜਿਹੜਾ ਉਹਨਾਂ ਬੱਚਿਆਂ ਨੂੰ ਕੁਛ ਨਹੀਂ ਦਿੰਦਾ, ਬੱਚੇ ਉਹਨਾਂ ਨੂੰ ਕਈ ਵਾਰੀ ਬੁਰਾ ਭਲਾ ਵੀ ਬੋਲ ਦਿੰਦੇ ਨੇ, ਬਾਹਰ ਆ ਕੇ ਮੰਦਾ ਚੰਗਾ ਬੋਲ ਦਿੰਦੇ ਨੇ, ਕੁਛ ਨਾ ਕੁਛ ਗਲਤ ਬੋਲ ਦਿੰਦੇ। ਕਿਉਂ? ਕਿਉਂਕਿ ਉਹਨਾਂ ਨੇ ਦਿੱਤਾ ਨਹੀਂ। ਬਿਲਕੁਲ ਐਸਾ ਹੀ ਇਹ ਤਾਂ ਛੋਟੇ ਬੱਚਿਆਂ ਦੀ ਗੱਲ ਹੈ, ਇਹ ਤਾਂ ਛੋਟੇ ਬੱਚਿਆਂ ਦੀ ਗੱਲ ਹੈ। ਐਸੇ ਵੱਡੇ ਲੋਕ ਵੀ ਕਰਦੇ ਨੇ ਜਿਨ੍ਹਾਂ ਨੂੰ ਦਾਨ ਨਾ ਮਿਲੇ, ਜਿਨ੍ਹਾਂ ਨੂੰ ਦਕਸ਼ਣਾ ਨਾ ਮਿਲੇ, ਜਿਨ੍ਹਾਂ ਨੂੰ ਦਕਸ਼ਣਾ ਨਾ ਮਿਲੇ। ਬਹੁਤ ਸਾਰੇ ਐਸੇ ਭਿਖਾਰੀ ਆ ਜਾਂਦੇ ਨੇ ਸਾਡੇ ਘਰਾਂ ਵਿੱਚ, ਜੇ ਤੁਸੀਂ ਉਹਨਾਂ ਨੂੰ ਨਹੀਂ ਕੁਛ ਦਿੰਦੇ ਤਾਂ ਉਹ ਕਈ ਤਰ੍ਹਾਂ ਦੀਆਂ ਬਦਦੁਆਵਾਂ ਦੇਣ ਲੱਗ ਜਾਂਦੇ ਨੇ। ਉਹ ਖਹਿੜਾ ਹੀ ਨਹੀਂ ਛੱਡਦੇ, ਜਦ ਤੱਕ ਤੁਸੀਂ ਉਹਨਾਂ ਨੂੰ ਦਿਓ ਨਾ ਉਨੀ ਦੇਰ ਤੱਕ ਉਹ ਨਿਕਲਦੇ ਹੀ ਨਹੀਂ ਘਰ ਤੋਂ ਬਾਹਰ। ਜੇ ਨਾ ਹੀ ਦਿਓ ਤਾਂ ਫਿਰ ਉਹ ਕੁਛ ਨਾ ਕੁਛ ਊਲ ਜਲੂਲ ਬੋਲਦੇ ਹੋਏ ਨਿਕਲ ਜਾਂਦੇ ਨੇ। ਐਸਾ ਹੀ ਧਾਰਮਿਕ ਲੋਕ ਵੀ ਕਰਦੇ ਨੇ, ਜਿਹੜੇ ਧਰਮ ਦੇ ਨਾਮ ਉੱਪਰ ਦਾਨ ਲੈਂਦੇ ਨੇ, ਜਿਹੜੇ ਲੋਕਾਂ ਕੋਲੋਂ ਦਕਸ਼ਣਾ ਲੈਂਦੇ ਨੇ ਕਿ ਉਹਨਾਂ ਨੇ ਕੁਝ ਪੂਜਾ ਪਾਠ ਕਰਿਆ, ਉਸ ਪੂਜਾ ਪਾਠ ਦੇ ਬਦਲੇ ਵਿੱਚ ਉਹ ਕੁਛ ਨਾ ਕੁਛ ਮਾਇਆ ਲੈਂਦੇ ਨੇ। ਤੇ ਜੇ ਕੋਈ ਆਦਮੀ ਮਾਇਆ ਨਾ ਦੇਵੇ ਤਾਂ ਉਸ ਨੂੰ ਮੰਦਾ ਚੰਗਾ ਬੋਲਦੇ ਨੇ। ਜੇ ਕੋਈ ਥੋੜੀ ਦੇ ਜਾਵੇ, ਜਿੰਨੀ ਐਕਸਪੈਕਟ ਕੀਤੀ ਸੀ ਉਸ ਤੋਂ ਘੱਟ ਦੇ ਜਾਵੇ ਤਾਂ ਵੀ ਉਹਦੀ ਬੁਰਾਈ ਕਰਦੇ ਨੇ। ਤੇ ਉਹਨਾਂ ਦੇ ਸੰਬੰਧ ਵਿੱਚ ਇਹ ਸ਼ਬਦ ਹੈ ਅੱਜ ਦਾ। ਸਤਿਗੁਰੂ ਕਹਿੰਦੇ ਐਸੇ ਬੰਦੇ ਡੁੱਬਦੇ ਨੇ, ਉਹ ਪਾਰ ਨਹੀਂ ਲੰਘਦੇ। ਕਿ ਨਿਰ-ਅਪਰਾਧ ਉਹ ਬੰਦਾ ਤੇ ਦਕਸ਼ਣਾ ਦੇਣ ਵਾਲਾ ਦੇ ਕੇ ਚਲਾ ਗਿਆ, ਜਾਂ ਨਹੀਂ ਵੀ ਦੇ ਕੇ ਗਿਆ ਉਹ ਤਾਂ ਵੀ ਚਲਾ ਗਿਆ, ਪਰ ਉਸ ਬੰਦੇ ਦੀ ਬੁਰਾਈ ਕਰ ਰਿਹਾ ਕਿ ਕਾਹਦਾ ਆਦਮੀ ਹੈ, ਕਿ ਉਹ ਲੱਖਾਂ ਪਤੀ ਬਣਦਾ, ਕਰੋੜਾਂ ਪਤੀ ਬਣਦਾ, ਕਿ 10 ਰੁਪਏ ਦਾਨ ਨਹੀਂ ਦੇ ਸਕਿਆ। ਸਤਿਗੁਰੂ ਕਹਿੰਦੇ ਉਹਦੀ ਨਿੰਦਾ ਕਰਦਾ ਹੈ, ਉਹਦੀ ਬੁਰਾਈ ਕਰਦਾ ਹੈ। ਤੇ ਇਹੋ ਜਿਹਾ ਬੰਦਾ ਉਹ ਭਲਾ ਉਹ ਕਿਵੇਂ ਚੰਗਾ ਹੋ ਸਕਦਾ ਜਾਂ ਕਿਵੇਂ ਦੂਸਰੇ ਨੂੰ ਸਵਾਰ ਸਕਦਾ? ਕਿਉਂਕਿ ਉਹ ਧਰਮ ਦੀ ਗੱਲ ਕਰਦਾ। ਲੋਕਾਂ ਨੂੰ ਉਹ ਇਹੀ ਸਿਖਾਉਂਦਾ ਫਿਰਦਾ ਹੈ ਕਿ ਭਾਈ ਮਾਇਆ ਝੂਠੀ ਹੈ, ਤੇ ਆਪ ਨੂੰ ਕੋਈ ਬੰਦਾ ਮਾਇਆ ਘੱਟ ਦੇ ਗਿਆ ਜਾਂ ਨਹੀਂ ਦੇ ਗਿਆ ਤਾਂ ਉਹਦੇ ਬਾਰੇ ਵਿੱਚ ਊਲ ਜਲੂਲ ਬੋਲਦਾ। ਸਤਿਗੁਰੂ ਕਹਿੰਦੇ ਕਾਹਦਾ ਇਹ ਧਰਮ ਦਾ ਰੱਖਿਅਕ ਜਾਂ ਧਰਮ ਦਾ ਪ੍ਰਚਾਰਕ ਜਾਂ ਧਰਮ ਦੀ ਗੱਲ ਕਰਨ ਵਾਲਾ? ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਹੈ। ਸਤਿਗੁਰੂ ਕਹਿੰਦੇ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ। ਕਿ ਜਿਹੜੇ ਵੀ ਆਪਣੇ ਆਪ ਨੂੰ ਗਿਆਨੀ ਕਹਾਉਂਦੇ ਨੇ, ਧਰਮ ਦੀ ਗੱਲ ਕਰਨ ਵਾਲੇ ਕਹਾਉਂਦੇ ਨੇ, ਉਹ ਸਿਰਫ ਧਰਮ ਗ੍ਰੰਥਾਂ ਨੂੰ ਪੜ੍ਹਦੇ ਨੇ। ਉਹਨਾਂ ਨੇ ਆਪੋ ਆਪਣੇ ਧਰਮ ਗ੍ਰੰਥਾਂ ਦਾ ਰਟਨ ਕੀਤਾ ਹੋਇਆ, ਰਟ ਕੇ ਯਾਦ ਕੀਤਾ ਹੋਇਆ।
कि किहड़ा श्लोक किहड़ा अध्याय कित्थे है, किन्ने उहदे श्लोक ने, किन्ने उहदे अंग ने, किन्ने पन्ने ने, किन्नियां उहदियां पंक्तियां ने, पूरियां रटियां होईयां ने, पूरा याद है। पर उस नूं पढ़ के वो अपने जीवन नूं सवारदे नहीं, उस नूं पढ़ के वो अपना जीवन नहीं सवारदे। सतगुरु कहंदे पंडित वाचै पोथियां ना बूझै विचार, जो उहदी विचार है उस नूं बुझदे नहीं। अन्न को मत्ती दे चले, वो दूसरिਆਂ ਨੂੰ मत ਦਿੰਦੇ ਫਿਰਦੇ ਨੇ कि दूसरे बंदे मत लै लैण, दूसरे अकल लै लैण, दूसरे समझ लैण कि गीता विच की लिखिया है, दूसरे समझ लैण कि गुरु ग्रंथ साहिब विच की लिखिया है, दूसरिਆਂ ਨੂੰ पता लग जाए कि बाइबल की कहती है जां कुरान की कहती है। पर आप कुछ भी नहीं, आप उसे तरह बेईमान, आप उसे तरह रिश्वतखोर, आप लोभी ते लालची। ऐसा सारे धर्मां दे विच रहा हमेशा तो ही कि लोग इस तरह कहते रहे ने लोगों नूं कि ये माया झूठी है, ये माया हत्थां दी मैल है, ये बंदे दे मन ते इहदे नाल नहीं जांदी, इसलिए चंगा है कि इस नूं दान कर दिओ। दान किहनूं करना है? ਜਿਹੜਾ ਇਹ ਗੱਲ ਕਹਿ ਰਿਹਾ ਹੈ कि ਇਹਨੂੰ दान कर ਦਿਓ ਉਹਨੂੰ। ਉਹ ਇਹ ਨਹੀਂ ਕਹਿੰਦਾ कि भाई ਇਹਨੂੰ दान ਕਿਸੇ ਲੋੜਵੰਦ ਨੂੰ ਦੇ ਦਿਓ, ਕਿਸੇ ਜ਼ਰੂਰਤਮੰਦ ਨੂੰ। ਉਹ ਕਹਿੰਦਾ कि दान ਮੈਨੂੰ ਕਰ ਦਿਓ। डायरैक्टली इनडायरैक्टली ਉਹ ਕਹਿੰਦਾ कि ਮੈਨੂੰ दान करना, क्योंकि 6 तरह ਦੇ कर्म ने, ਉਹਨਾਂ कर्मां ਦੇ ਵਿੱਚੋਂ दान देना ते दान लेना ये ब्राह्मण का कर्म है कि ब्राह्मण ही दान लै सकता है, कोई दूसरा बंदा दान नहीं लै सकता। दान लैण का अधिकार सिर्फ ब्राह्मण नूं है, दूसरे नूं नहीं। इसलिए वो कहंदा कि तुसीं दान कर दिओ सब कुछ। वो ये नहीं कहंदा किसी गरीब नूं दान करो, वो कहंदा अपना दान कर दिओ सारा कुछ। दान करके फिर प्रयाग दे विच एक दरखत दे हेठां आरा रखिया होया, काफ़ी समय तक ये आरा उत्थे रहा। इलाहाबाद जिन्हों अजकल प्रयाग कहंदे ने, कि उस दरखत दे उपर चढ़ के तिखे वड्डे आरे दे उपर छाल मार के अपने आप नूं खत्म कर लेना। जिहड़ा सब कुछ दान करके इस तरह आरे नाल चिरा के मर जाएगा, वो सीधा स्वर्ग नूं जाएगा। ऐसा साडे देश विच हुंदा रहा है। सिर्फ इत्थे ही नहीं, यूरोप दे विच पादरी लोकां नूं स्वर्ग दीयां टिकटां दिंदे रहे ने कि तुसीं अपना सारा कुछ दान कर दिओ, असीं तुहानूं स्वर्ग दी टिकट दिंने आ, जदों तुसीं मरोगे तां सीधा स्वर्ग जाओगे। ऐसा हुंदा रहा है। बहिश्तां दे स्वर्गां दे लालच सदियां तो दिते जांदे रहे ने बंदे नूं, ते लोग इन्हां लालचां विच फसदे रहे ने। लोग इन्हां सब चीज़ां नूं मनदे रहे ने कि हाँ ऐसा है। ते ये कोई बहुत पुरानी गल भी नहीं है, हुणे ही पिछे 20-30 साल को पुरानी गल है। अमेरिका दे विच इक्को वारी बहुत सारे लोगों ने इकट्ठियां ही सुसाइड कर लिया, हज़ारां लोगों ने, हज़ारां लोगों ने। कि जिहड़ा आदमी उत्थे बोल रहा सी, जो प्रचार कर रहा सी, जो गल दस रहा सी, उन्हां नूं समझा रहा सी कि तुसीं मर जाओगे इत्थे ते स्वर्ग पहुंचोगे। तो लोगों ने उहदे मगर लग के अपने आप नूं मार लिया। बिल्कुल तैयार बर तैयार होके उन्होंने वधिया महंगे ब्रांडेड कपड़े पहने, ब्रांडेड शू पाए, वधिया कपड़ा लीड़ा पा के उन्होंने लग्या कि शायद असीं इस तरह स्वर्ग पहुँच जावांगे। बहुती पुरानी गल नहीं, कोई 25-30 साल पहला।
ਅਮਰੀਕਾ ਦੇ ਵਿੱਚ ਐਸਾ ਹੋ ਚੁੱਕਾ ਹੈ। ਇਸ ਤਰ੍ਹਾਂ ਸਦੀਆਂ ਤੋਂ ਐਸਾ ਹੁੰਦਾ ਆਇਆ ਹੈ। ਉਹਦੀਆਂ ਤੁਹਾਨੂੰ ਵੀਡੀਓ ਫੋਟੋਆਂ ਇੰਟਰਨੈਟ ਦੇ ਉੱਤੋਂ ਲੱਭ ਜਾਣਗੀਆਂ ਕਿ ਲੋਕ ਇਸ ਤਰ੍ਹਾਂ ਧਰਮ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਨੇ ਤੇ ਲੋਕ ਬਣਦੇ ਰਹੇ ਨੇ। ਸਦੀਆਂ ਤੋਂ ਲੋਕ ਬਣਦੇ ਆਏ, ਅੱਜ ਵੀ ਬਣ ਰਹੇ ਨੇ, ਪਰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸਤਿਗੁਰੂ ਕਹਿੰਦੇ ਜਿਹੜਾ ਬੰਦਾ ਇਸ ਤਰ੍ਹਾਂ ਦੂਸਰਿਆਂ ਨੂੰ ਬੁੱਧੂ ਬਣਾਉਂਦਾ ਹੈ ਮਾਇਆ ਦੀ ਖਾਤਰ, ਮਾਇਆ ਦੀ ਖਾਤਰ, ਤੇ ਜਿਨ੍ਹਾਂ ਦਾ ਕੋਈ ਅਪਰਾਧ ਨਹੀਂ, ਉਹ ਵਿਚਾਰੇ ਨਾ ਸਮਝ ਇਸ ਬੰਦੇ ਦੀਆਂ ਗੱਲਾਂ ਵਿੱਚ ਆ ਕੇ ਉਹ ਕੁਝ ਗਲਤ ਕਰ ਬੈਂਦੇ ਨੇ, ਤਾਂ ਉਸ ਸਭ ਕਾਸੇ ਦਾ ਦੋਸ਼ ਇਸ ਬੰਦੇ ਦੇ ਸਿਰ ਹੀ ਲੱਗਦਾ ਹੈ। ਐਸੇ ਬ੍ਰਾਹਮਣ ਡੂਬੇ ਭਾਈ ਨਿਰਪਰਾਧ ਚਿਤਵੈ ਬੁਰਿਆਈ। ਜੋ ਬੁਰਿਆਈ ਚਿਤਵਦੇ ਨੇ ਉਹਨਾਂ ਨੂੰ ਕਦੇ ਸੁੱਖ ਹਾਸਲ ਨਹੀਂ ਹੁੰਦਾ, ਉਹਨਾਂ ਨੂੰ ਕਦੇ ਆਨੰਦ ਹਾਸਲ ਨਹੀਂ ਹੁੰਦਾ, ਉਹਨਾਂ ਨੂੰ ਦੁੱਖ ਹੀ ਦੁੱਖ ਮਿਲਦਾ ਹੈ, ਉਹਨਾਂ ਨੂੰ ਚੈਨ ਨਹੀਂ ਕਦੇ ਆਉਂਦਾ। ਇਸ ਲਈ ਸਤਿਗੁਰੂ ਕਹਿੰਦੇ ਉਹ ਡੁੱਬਦੇ ਨੇ। ਮੇਰੇ ਉਸਤਾਦ ਜਿਨ੍ਹਾਂ ਕੋਲੋਂ ਮੈਂ ਪੜ੍ਹਿਆ, ਜਦੋਂ ਉਹਨਾਂ ਨੇ ਆਹ ਸ਼ਬਦ ਮੈਨੂੰ ਪੜ੍ਹਾਇਆ, ਉਹ ਕਹਿੰਦੇ ਮੈਂ ਇਸ ਸ਼ਬਦ ਦਾ ਇੱਕ ਹੋਰ ਵੀ ਅਰਥ ਲੈਣਾ। ਮੈਂ ਕਿਹਾ ਜੀ ਤੁਸੀਂ ਉਹਦਾ ਅਰਥ ਕੀ ਲੈਂਦੇ? ਉਹ ਕਹਿੰਦੇ ਮੈਨੂੰ ਪੜ੍ਹਨਾ ਥੋੜ੍ਹੇ ਵੱਖਰੇ ਢੰਗ ਨਾਲ। ਐਸੇ ਬ੍ਰਾਹਮਣ ਡੁੱਬੇ ਭਾਈ, ਉਹ ਕਹਿੰਦੇ ਐਸੇ ਭਾਈ ਵੀ ਡੁੱਬਦੇ ਨੇ, ਇਕੱਲੇ ਬ੍ਰਾਹਮਣ ਹੀ ਨਹੀਂ, ਐਸੇ ਭਾਈ ਵੀ ਜਿਹੜੇ ਮਾਇਆ ਦਾ ਲੋਭ ਕਰਦੇ ਨੇ, ਮਾਇਆ ਦਾ ਲਾਲਚ ਕਰਦੇ ਨੇ, ਕਿ ਉਹ ਵੀ ਡੁੱਬਦੇ ਨੇ। ਇਸ ਲਈ ਸਤਿਗੁਰੂ ਸਮਝਾਉਂਦੇ ਆ, ਦਾਨ ਦੇ ਕਰ ਪੂਜਾ ਕਰਨਾ, ਕਿ ਦਾਨ ਦੇ ਕੇ ਬੰਦਾ ਪੂਜਾ ਕਰਦਾ। ਵੱਖ-ਵੱਖ ਧਰਮ ਸਥਾਨਾਂ ਦੇ ਉੱਤੇ ਲੋਕ ਜਾਂਦੇ ਨੇ। ਹਿੰਦੂਆਂ ਦੇ ਧਰਮ ਸਥਾਨਾਂ ਤੇ, ਸਭ ਧਰਮ ਸਥਾਨਾਂ ਤੇ ਐਸਾ ਹੀ ਹੈ ਕਿ ਕੋਈ ਗੰਗਾ ਕਿਨਾਰੇ ਜਾਂਦਾ ਤਾਂ ਉੱਥੇ ਬੈਠੇ ਬਾਹਮਣ ਨੂੰ ਕੁਝ ਦਾਨ ਕਰਦਾ ਹੈ, ਦਾਨ ਦੇ ਕੇ ਉਸ ਨੂੰ ਕਹਿੰਦਾ ਕਿ ਪੂਜਾ ਕਰ ਦਿਓ, ਤਾਂ ਉਹ ਪੂਜਾ ਕਰਦਾ ਹੈ। ਇਸ ਲਈ ਜਿੰਨੇ ਕੁ ਪੈਸੇ ਦਿੱਤੇ ਜਾਂਦੇ ਨੇ ਓਨੇ ਕੁ ਦੀ ਪੂਜਾ ਕਰ ਦਿੱਤੀ ਜਾਂਦੀ ਹੈ। ਐਸਾ ਹੁੰਦਾ ਹੈ। ਬਹੁਤ ਸਾਰੇ ਐਸੇ ਧਰਮ ਸਥਾਨ ਨੇ ਜਿਨ੍ਹਾਂ ਸਥਾਨਾਂ ਦੇ ਉੱਪਰ ਬਕਾਇਦਾ ਚਾਰਟ ਲੱਗੇ ਹੋਏ ਨੇ ਕਿ ਫਲਾਣੇ ਫੁੱਲਾਂ ਨਾਲ ਸੇਵਾ ਕਰਾਉਣੀ ਹੈ ਤਾਂ ਇੰਨੇ ਪੈਸੇ ਲੱਗਣਗੇ, ਫਲਾਣੇ ਫੁੱਲਾਂ ਨਾਲ ਸੇਵਾ ਕਰਾਉਣੀ ਤਾਂ ਇੰਨੇ, ਆਰਤੀ ਕਰਾਉਣੀ ਹੈ ਤੇ ਇੰਨੇ, ਜੇ ਆਰਤੀ ਦਾ ਥਾਲ ਤੁਸੀਂ ਆਪਣੇ ਹੱਥ ਵਿੱਚ ਫੜ ਕੇ ਖੁਦ ਆਰਤੀ ਕਰਨੀ ਹੈ ਤੇ ਉਹਦੇ ਲਈ ਇੰਨੇ ਪੈਸੇ ਲੱਗਣੇ ਨੇ। ਐਸਾ ਬਹੁਤ ਸਾਰੇ ਧਰਮ ਸਥਾਨਾਂ ਵਿੱਚ ਹੁੰਦਾ ਹੈ। ਲੋਕ ਐਸਾ ਕਰਦੇ ਨੇ। ਸਤਿਗੁਰੂ ਸਮਝਾਉਂਦੇ, ਇਹ ਜਿਹੜਾ ਆਦਮੀ ਦਾਨ ਲੈ ਕੇ ਪੂਜਾ ਕਰ ਰਿਹਾ ਹੈ ਜਾਂ ਦਾਨ ਦੇ ਕੇ ਪੂਜਾ ਕਰਾ ਹੈ, ਸਤਿਗੁਰੂ ਕਹਿੰਦੇ ਲੈਤ ਦੇਤ ਉਹਨ ਮੁੱਕਰ ਪਰਨਾ। ਉਹ ਲੈਂਦਿਆਂ ਦਿੰਦਿਆਂ ਵੀ ਮੁੱਕਰ ਜਾਂਦਾ ਹੈ। ਉਹਨੂੰ ਮਿਲਦਾ ਵੀ ਹੋਵੇ ਨਾ, ਉਹ ਫਿਰ ਵੀ ਕਹਿ ਦਿੰਦਾ, ਉਹ ਕਹਿੰਦਾ ਜੀ ਕੁਛ ਮਿਲਦਾ ਹੀ ਨਹੀਂ। ਐਸੇ ਬਹੁਤ ਸਾਰੇ ਲੋਕ ਨੇ, ਉਹ ਦਾਨ ਲੈ ਕੇ ਮੁੱਕਰ ਜਾਂਦੇ ਨੇ। ਉਹ ਕਹਿੰਦੇ ਜੀ ਸਾਨੂੰ ਤਾਂ ਕਿਸੇ ਨੇ ਕੁਝ ਦਿੱਤਾ ਹੀ ਨਹੀਂ, ਸਾਨੂੰ ਤਾਂ ਕਿਸੇ ਨੇ ਕੋਈ ਭੇਟਾ ਦਿੱਤੀ ਹੀ ਨਹੀਂ। ਉਹ ਲੈ ਕੇ ਵੀ ਮੁੱਕਰ ਜਾਂਦੇ ਨੇ। ਲੈਤ ਦੇਤ ਉਹਨੂੰ ਮੁੱਕਰ ਪਰਨਾ, ਉਹ ਮੁੱਕਰ ਜਾਂਦਾ ਹੈ ਮਾਇਆ ਦੇ ਲੋਭ ਵਿੱਚ, ਮਾਇਆ ਦੇ ਲਾਲਚ ਵਿੱਚ। ਲੈਤ ਦੇਤ ਉਹਨੂੰ ਮੁੱਕਰ ਪਰਨਾ, ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ। ਸਤਿਗੁਰੂ ਕਹਿੰਦੇ, ਹੇ ਬ੍ਰਾਹਮਣ, ਜਿਸ ਦਰ ਤੂੰ ਜਾਣਾ ਹੈ, ਜਿੱਥੋਂ ਦੀਆਂ ਗੱਲਾਂ ਤੂੰ ਲੋਕਾਂ ਨੂੰ ਕਹਿੰਦਾ ਕਿ ਭਾਈ ਮਾੜਾ ਨਾ ਕਰੋ, ਰੱਬ ਦੇ ਦਰ ਜਾਣਾ, ਬੁਰਾ ਨਾ ਕਰੋ, ਕਿਸੇ ਨਾਲ ਬੇਈਮਾਨੀ ਨਾ ਕਰੋ, ਪਾਪ ਨਾ ਕਰੋ, ਰੱਬ ਨੂੰ ਮੂੰਹ ਦਿਖਾਉਣਾ ਹੈ। ਸਤਿਗੁਰੂ ਕਹਿੰਦੇ ਉਸ ਦਰ ਤੂੰ ਵੀ ਤੇ ਜਾਣਾ ਹੀ ਹੈ। ਉੱਥੇ ਤੂੰ ਵੀ ਤੇ ਪਹੁੰਚੇਗਾ ਹੀ ਜਿੱਥੇ ਜਾਣ ਦੀ ਗੱਲ ਤੂੰ ਲੋਕਾਂ ਨੂੰ ਦੱਸਦਾ। ਤੂੰ ਲੋਕਾਂ ਨੂੰ ਕਹਿੰਦਾ ਕਿ ਪਾਪ ਨਾ ਕਰੋ, ਇਸ ਪਾਪ ਦਾ ਫਲ ਭੋਗਣਾ ਪਵੇਗਾ। ਸਤਿਗੁਰੂ ਕਹਿੰਦੇ ਕੀ ਤੈਨੂੰ ਨਹੀਂ ਭੋਗਣਾ ਪਵੇਗਾ ਕਿ ਤੈਨੂੰ ਮਾਫ ਹੈ?
कि तेनू छूट है, तू जो मर्जी करे, दूसरा करेगा तो सजा भुगतेगा, तू करेगा तो कोई सजा नहीं। सतगुरु कहते जितदर तुम है ब्राह्मण जाना, तितदर तू ही है पछताना। सतगुरु कहते उत्थे फिर तू पछतावेगा, रब दे दर जाके फिर तू पछतावेगा, उत्थे सिवाए पछतावे तो तेरे पल्ले होर कख नहीं पैना। तेरे पल्ले होर कख नहीं पवेगा, चाहे तू जो मर्जी कर ले। गुरु नानक साहब महाराज जी नूं ऐसे बहुत सारे ब्राह्मण मिले ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਬੁੱਧੂ ਬਣਾਉਂਦੇ ਸਨ। ਗੁਰੂ ਨਾਨਕ ਸਾਹਿਬ ਬਹੁਤਿਆਂ ਨੂੰ ਮਿਲੇ, ਕਾਜ਼ੀਆਂ ਨੂੰ ਮਿਲੇ, ਜੋਗੀਆਂ ਨੂੰ ਮਿਲੇ, ਸੰਨਿਆਸੀਆਂ ਨੂੰ ਮਿਲੇ, ਬ੍ਰਾਹਮਣਾਂ ਨੂੰ ਮਿਲੇ, ਪੰਡਤਾਂ ਨੂੰ ਮਿਲੇ, ਜਿਹੜੇ ਧਰਮ ਦੀ ਗੱਲ ਕਰਦੇ ਸਨ ਤੇ ਲੋਕਾਂ ਨੂੰ ਬੁੱਧੂ ਬਣਾਉਂਦੇ ਸੀ। ਤੇ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਤੇ ਕਿਤੇ ਕਿਤੇ ਆਪਣੀ ਕੋਸ਼ਿਸ਼ ਵਿੱਚ ਉਹ ਕਾਮਯਾਬ ਵੀ ਹੋਏ ਕਿ ਗੁਰੂ ਸਾਹਿਬ ਦੇ ਕੋਲੋਂ ਕੋਈ ਹੁਕਮ ਲੈ ਲਈਏ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਦਮਦਮਾ ਸਾਹਿਬ ਤੋਂ ਹਜੂਰ ਸਾਹਿਬ ਨੂੰ ਜਾਂਦੇ ਨੇ ਤਾਂ ਉਹ ਰਸਤੇ ਵਿੱਚ ਕਈ ਹਿੰਦੂ ਤੀਰਥਾਂ ਦੇ ਉੱਤੋਂ ਦੀ ਗੁਜ਼ਰੇ ਤੇ ਉਹਨਾਂ ਤੀਰਥਾਂ ਦੇ ਉੱਤੇ ਕੁਝ ਬ੍ਰਾਹਮਣ ਅੱਜ ਵੀ ਮੌਜੂਦ ਨੇ। ਉਹ ਇਹ ਕਹਿੰਦੇ ਨੇ, ਦਾਅਵਾ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਨੂੰ ਇੱਕ ਹੁਕਮਨਾਮਾ ਲਿਖ ਕੇ ਦੇ ਗਏ ਕਿ ਉਸ ਹੁਕਮਨਾਮੇ ਵਿੱਚ ਲਿਖਿਆ ਹੈ ਕਿ ਜਿਹੜਾ ਵੀ ਕੋਈ ਸਿੱਖ ਇੱਥੇ ਆਵੇ ਇਸ ਬ੍ਰਾਹਮਣ ਨੂੰ ਦਾਨ ਦੇ ਕੇ ਜਾਵੇ। ਚਲੋ ਇੱਕ ਦੀ ਗੱਲ ਹੁੰਦੀ ਤੇ ਸਮਝ ਆਉਂਦਾ ਕਿ ਹਾਂ ਕਿ ਕਿਸੇ ਇੱਕ ਬੰਦੇ ਨੇ, ਬ੍ਰਾਹਮਣ ਨੇ ਸੇਵਾ ਕੀਤੀ ਹੋਵੇਗੀ, ਗੁਰੂ ਸਾਹਿਬ ਨੇ ਐਸਾ ਲਿਖ ਕੇ ਦੇ ਦਿੱਤਾ। ਪਰ ਅਗਲੇ ਤੀਰਥ ਦੇ ਉੱਤੇ ਗਏ, ਉੱਥੇ ਫਿਰ ਇੱਕ ਐਸਾ ਹੀ ਬ੍ਰਾਹਮਣ, ਉਹ ਕਹਿੰਦਾ ਜੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਹੁਕਮਨਾਮਾ ਲਿਖ ਕੇ ਦੇ ਗਏ। ਉੱਥੇ ਗੱਲ ਖਤਮ ਨਹੀਂ ਹੋਈ, ਫਿਰ ਗੁਰੂ ਸਾਹਿਬ ਅਗਲੇ ਥਾਂ ਗਏ, ਉੱਥੇ ਵੀ ਐਸਾ ਹੀ ਹੈ। ਗੁਰੂ ਸਾਹਿਬ ਨੇ ਕਿਸੇ ਬ੍ਰਾਹਮਣ ਨੂੰ ਐਸਾ ਹੁਕਮਨਾਮਾ ਲਿਖ ਕੇ ਦਿੱਤਾ ਹੋਵੇਗਾ ਜਾਂ ਨਹੀਂ, ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ, ਪਰ ਗੁਰਮਤ ਦੇ ਵਿੱਚ ਐਸਾ ਬਿਲਕੁਲ ਵੀ ਨਹੀਂ ਹੈ। ਕਿਉਂਕਿ ਗੁਰੂ ਐਸਾ ਬੇਲਣਾ ਨੂੰ ਉਹ ਕਦੇ ਵੀ ਐਸਾ ਕਰਨ ਲਈ, ਸਿੱਖਾਂ ਨੂੰ ਐਸਾ ਕਰਨ ਲਈ ਹੁਕਮ ਨਹੀਂ ਦੇਵੇਗਾ ਕਿ ਇਹੋ ਜਿਹੇ ਬੇਲੜੇ ਬੰਦਿਆਂ ਨੂੰ ਤੁਸੀਂ ਬਿਨਾਂ ਗੱਲ ਤੋਂ ਹੀ ਦਾਨ ਦਿਓ। ਸਤਿਗੁਰੂ ਨੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਕਿ ਦਾਨ ਦੇਣਾ ਤਾਂ ਮੇਰੇ ਸਿੱਖਾਂ ਨੂੰ ਦਿਓ, ਦਾਨ ਦਿਓ ਇਨਹੀ ਕੋ ਭਲੋ। ਸਤਿਗੁਰੂ ਕਹਿੰਦੇ ਇਹਨਾਂ ਨੂੰ ਹੀ ਦਾਨ ਦੇਣਾ ਭਲਾ ਹੈ, ਇਹੀ ਮੇਰੇ ਜਜਮਾਨ, ਇਹੀ ਮੇਰੇ ਸਭ ਕੁਝ। ਸਤਿਗੁਰੂ ਕਹਿੰਦੇ ਹੋਰ ਨਹੀਂ ਮੈਨੂੰ ਚੰਗੇ ਲੱਗਦੇ, ਇਹਨਾਂ ਦੀ ਸੇਵਾ ਕੀਤੀ ਮੈਨੂੰ ਚੰਗੀ ਲੱਗਦੀ। ਇਸ ਲਈ 4-5 ਐਸੇ ਬ੍ਰਾਹਮਣ ਨੇ ਜਿਹੜੇ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਗੁਰੂ ਸਾਹਿਬ ਨੇ ਸਾਨੂੰ ਹੁਕਮ ਲਿਖ ਕੇ ਦਿੱਤਾ, ਪਰ ਗੁਰੂ ਸਾਹਿਬ ਦੇ ਹੁਕਮਨਾਮਿਆਂ ਤੇ ਉਹਨਾਂ ਦੇ ਹੁਕਮਨਾਮਿਆਂ ਦੀ ਰਾਈਟਿੰਗ ਆਪਸ ਵਿੱਚ ਮਿਲਦੀ ਨਹੀਂ, ਮੇਲ ਨਹੀਂ ਖਾਂਦੀ। ਇਸ ਕਰਕੇ ਉਹ ਪ੍ਰਮਾਣਿਕ ਨਹੀਂ ਹੈ, ਪਰ ਉਹ ਦਾਅਵਾ ਕਰਦੇ ਨੇ, ਉਹ ਆਪਣੇ ਆਪ ਨੂੰ ਸਿੱਖ ਪਾਂਡੇ ਕਹਾਉਂਦੇ ਨੇ। ਆਗਰੇ ਦੇ ਵਿੱਚ ਮੌਜੂਦ ਹੈ, ਅਯੁੱਧਿਆ ਵਿੱਚ ਮੌਜੂਦ ਹੈ, ਉਹ ਆਪਣੇ ਆਪ ਨੂੰ ਐਸਾ ਕਹਿੰਦੇ ਕਿਉਂਕਿ ਉਹ ਜੇ ਗੁਰੂ ਸਾਹਿਬ ਨੇ ਸਾਨੂੰ ਇਸ ਚੀਜ਼ ਤੋਂ ਵਰਜਿਆ, ਉਹਨਾਂ ਨੇ ਗੁਰੂ ਸਾਹਿਬ ਦਾ ਹੀ ਇਸਤੇਮਾਲ ਕਰਕੇ, ਉਹਨਾਂ ਦੇ ਨਾਮ ਦਾ ਇਸਤੇਮਾਲ ਕਰਕੇ ਆਪਣੀ ਦੁਕਾਨ ਫਿਰ ਚਲਾ ਲਈ, ਆਪਣਾ ਕੰਮ ਫਿਰ ਸ਼ੁਰੂ ਕਰ ਲਿਆ। ਸਤਿਗੁਰੂ ਕਹਿੰਦੇ ਜਿਤਦਰ ਬਾਹਮਣ ਤੁਮ ਹੈ ਜਾਣਾ, ਜਿੱਥੇ ਤੂੰ ਜਾਣਾ ਹੈ ਨਾ, ਤਿਤਦਰ ਤੂੰ ਹੀ ਹੈ ਪਛਤਾਣਾ, ਤੂੰ ਉੱਥੇ ਪਛਤਾਵੇਂਗਾ। ਤੂੰ ਰੱਬ ਦੇ ਘਰ ਕਿਹੜਾ ਮੂੰਹ ਲੈ ਕੇ ਜਾਵੇਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਬੁਰਹਾਨ ਗਏ ਸਨ, ਬੁਰਹਾਨ ਤੋਂ ਥੋੜੀ ਦੂਰ ਹੀ ਦਰਿਆ ਵਹਿੰਦਾ ਹੈ, ਉੱਥੇ ਵੀ ਇਸ ਤਰ੍ਹਾਂ ਹੀ ਦਾਨ ਪੁੰਨ ਕੀਤਾ ਜਾਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਥੇ ਗਏ ਤਾਂ ਪੰਡਤਾਂ ਨੇ ਕਿਹਾ ਜੀ ਤੁਸੀਂ ਆਪਣੇ ਪਿੱਤਰਾਂ ਦੇ ਨਾਮ ਤੇ
ਆਪਣੇ ਬਜ਼ੁਰਗਾਂ ਦੇ ਨਾਮ ਤੇ ਦਾਨ ਦੇ ਦਿਓ। ਤਾਂ ਸਤਿਗੁਰੂ ਨੇ ਕਿਹਾ ਕਿ ਭਾਈ ਸਾਨੂੰ ਆ ਦਾਨ ਕਰਨ ਦੀ ਲੋੜ ਨਹੀਂ, ਸਾਡੇ ਪਿੱਤਰ ਤੇ ਆਪ ਤਰੇ ਹੋਏ ਨੇ ਤੇ ਦੂਜਿਆਂ ਨੂੰ ਵੀ ਤਾਰ ਕੇ ਗਏ ਨੇ। ਉਹ ਆਪ ਵੀ ਤਰੇ ਨੇ ਤੇ ਉਹਨਾਂ ਨੇ ਪਤਾ ਨਹੀਂ ਕਿੰਨੇ ਅੰਕ ਨੂੰ ਤਾਰਿਆ ਹੈ। ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਰਾਮਦਾਸ, ਇਹੀ ਤਾਂ ਪਿੱਤਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ। ਉਹ ਕਹਿੰਦੇ ਸਾਡੇ ਪਿੱਤਰਾਂ ਨੇ ਬਹੁਤਿਆਂ ਦਾ ਭਲਾ ਕੀਤਾ ਹੈ, ਇਸ ਲਈ ਸਾਨੂੰ ਆ ਤੁਹਾਡੇ ਪਖੰਡ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਜੀ ਫਿਰ ਤੁਸੀਂ ਸਾਨੂੰ ਵੈਸੇ ਕੁਝ ਦੇ ਦਿਓ। ਤਾਂ ਸਤਿਗੁਰੂ ਕਹਿੰਦੇ ਤੁਹਾਨੂੰ ਵੈਸੇ ਦੇਣ ਦੀ ਵੀ ਕੁਝ ਲੋੜ ਨਹੀਂ ਹੈ, ਚੰਗਾ ਹੋਵੇਗਾ ਕਿ ਤੁਸੀਂ ਆ ਪਖੰਡ ਛੱਡ ਕੇ ਆਪਣੀ ਕਿਰਤ ਕਰੋ, ਆਪਣੀ ਕਿਰਤ ਕਮਾਈ ਕਰੋ, ਉਹਦੇ ਵਿੱਚੋਂ ਹੀ ਲਾਭ ਹੈ। ਇਹ ਸਭ ਪਖੰਡਾਂ ਵਿੱਚ ਕੁਝ ਨਹੀਂ ਪਿਆ। ਇਸ ਲਈ ਸਤਿਗੁਰੂ ਕਹਿੰਦੇ ਉਹਦੇ ਦਰ ਜਾ ਕੇ ਬੰਦੇ ਨੂੰ ਪਛਤਾਉਣਾ ਹੀ ਪੈਂਦਾ ਹੈ। ਐਸੇ ਬ੍ਰਾਹਮਣ ਡੂਬੇ ਭਾਈ, ਨਿਰਪਰਾਧ ਚਿਤਵੈ ਬੁਰਿਆਈ ਰਹਾਉ, ਅੰਤਰ ਲੋਭ ਫਿਰੈ ਹਲਕਾਏ। ਸਤਿਗੁਰੂ ਕਹਿੰਦੇ ਅੰਦਰ ਲੋਭ ਹੈ ਤੇ ਹਲਕੇ ਕੁੱਤੇ ਵਾਂਗੂ ਫਿਰਦੇ ਨੇ ਭਟਕੇ। ਜਿਵੇਂ ਹਲਕਿਆ ਕੁੱਤਾ ਫਿਰਦਾ ਹੈ ਨਾ ਇੱਧਰ ਉੱਧਰ, ਲੋਭ ਦੇ ਵਿੱਚ ਬੰਦਾ ਇਸ ਤਰ੍ਹਾਂ ਫਿਰਦਾ ਹੈ। ਉਹ ਦੇਖਦਾ ਹੈ ਕਿ ਕੌਣ ਆ ਰਿਹਾ ਪੂਜਾ ਕਰਾਉਣ, ਕੌਣ ਆ ਰਿਹਾ, ਕੋਈ ਨਾ ਕੋਈ ਆ ਜਾਵੇ। ਉਹ ਨਿਗਾਹ ਲਾ ਕੇ ਦਰਵਾਜ਼ੇ ਤੇ ਬੈਠਾ ਹੋਇਆ ਕਿ ਜਦੋਂ ਹੀ ਕੋਈ ਆਉਂਦਾ ਤਾਂ ਉਹ ਭੱਜਾ ਜਾਂਦਾ ਹੈ ਉਹਦੇ ਵੱਲ ਨੂੰ। ਬਿਲਕੁਲ ਐਸਾ ਹੀ ਜਿਵੇਂ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਓ ਤੇ ਬਾਜ਼ਾਰ ਦੇ ਵਿੱਚੋਂ ਦੀ ਗੁਜ਼ਰੋ ਤਾਂ ਦੁਕਾਨ ਤੇ ਰੱਖੇ ਹੋਏ ਆਦਮੀ ਉਹ ਤੁਹਾਨੂੰ ਖਿੱਚ ਕੇ ਲਿਜਾਂਦੇ ਨੇ ਕਿ ਆਓ ਜੀ ਸਾਡੀ ਦੁਕਾਨ ਤੇ ਸਮਾਨ ਜ਼ਿਆਦਾ ਵਧੀਆ ਹੈ, ਸਸਤਾ ਮਿਲੇਗਾ, ਡਿਸਕਾਊਂਟ ਮਿਲੇਗਾ। ਐਸਾ ਹੀ ਲੋਭ ਦੇ ਵਿੱਚ ਹਲਕੇ ਹੋਏ ਸਤਿਗੁਰੂ ਕਹਿੰਦੇ ਧਰਮ ਦਾ ਵੀ ਉਹਨਾਂ ਨੇ ਇਹੀ ਹਾਲ ਕਰ ਛੱਡਿਆ ਕਿ ਕੋਈ ਬੰਦਾ ਆਉਂਦਾ ਤਾਂ ਉਸ ਨੂੰ ਜਲਦੀ ਦੇ ਨਾਲ ਜਾ ਕੇ ਪਕੜ ਲੈਂਦੇ ਨੇ ਕਿ ਕੀ ਕਰਾਉਣਾ ਹੈ, ਅਸੀਂ ਤੁਹਾਡੀ ਪ੍ਰਾਰਥਨਾ ਕਰ ਦਿੰਦੇ ਹਾਂ, ਸਿਰਫ ਮਾਇਆ ਦੀ ਖਾਤਰ। ਅੰਤਰ ਲੋਭ ਫਿਰੈ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ। ਤੇ ਜਿਹੜਾ ਉਹਨਾਂ ਦੀ ਗੱਲ ਨਹੀਂ ਮੰਨਦਾ, ਉਹਨਾਂ ਦੇ ਕੋਲੋਂ ਪ੍ਰਾਰਥਨਾ ਪੂਜਾ ਨਹੀਂ ਕਰਾਉਂਦਾ, ਸਤਿਗੁਰੂ ਕਹਿੰਦੇ ਉਹਦੀ ਨਿੰਦਾ ਕਰਦੇ ਨੇ। ਫਿਰ ਉਹਦੀ ਨਿੰਦਾ ਕਰਦੇ ਤੇ ਨਿੰਦਾ ਕਰਕੇ ਫਿਰ ਆਪਣੇ ਸਿਰ ਦੇ ਉੱਤੇ ਭਾਰ ਉਠਾਉਂਦੇ ਨੇ। ਨਿੰਦਾ ਕਰੇ ਸਿਰ ਭਾਰ ਉਠਾਏ, ਮਾਇਆ ਮੂਠਾ ਚੇਤੈ ਨਾਹੀ। ਮਾਇਆ ਦੇ ਵਿੱਚ ਠੱਗਿਆ ਹੋਇਆ ਬੰਦਾ ਰੱਬ ਨੂੰ ਚੇਤਦਾ ਹੀ ਨਹੀਂ, ਪਰਮੇਸ਼ਰ ਨੂੰ ਸਿਮਰਦਾ ਹੀ ਨਹੀਂ। ਮਾਇਆ ਮੂਠਾ ਚੇਤੈ ਨਾਹੀ, ਕਿਉਂਕਿ ਉਹਦਾ ਧਿਆਨ ਤੇ ਮਾਇਆ ਵਿੱਚ ਲੱਗਾ ਰਹਿੰਦਾ ਹੈ। ਉਹਦਾ ਧਿਆਨ ਤੇ ਮਾਇਆ ਵਿੱਚ ਹੈ, ਉਹਦਾ ਧਿਆਨ ਪਰਮੇਸ਼ਰ ਵਿੱਚ ਥੋੜੀ ਨਾ ਹੈ, ਉਹਦਾ ਧਿਆਨ ਕਥਾ ਕੀਰਤਨ ਵਿੱਚ ਥੋੜੀ ਨਾ ਹੈ, ਉਹਦਾ ਧਿਆਨ ਤਾਂ ਮਾਇਆ ਵਿੱਚ ਹੈ। ਤੇ ਮਾਇਆ ਕਿੰਨੀ ਕੁ ਹੋ ਗਈ ਹੈ। ਸਤਿਗੁਰੂ ਕਹਿੰਦੇ ਮਾਇਆ ਮੁੱਠਾ ਚੇਤੈ ਨਾਹੀ। ਮਾਇਆ ਵਿੱਚ ਫਸਿਆ ਬੰਦਾ ਰੱਬ ਨੂੰ ਨਹੀਂ ਸਿਮਰਦਾ। ਭਰਮੇ ਭੁੱਲਾ ਬਹੁਤੀ ਰਾਹੀਂ, ਤੇ ਭਰਮ ਵਿੱਚ ਭੁੱਲਿਆ ਹੋਇਆ ਬਹੁਤਿਆਂ ਰਾਹਾਂ ਤੇ ਭਟਕਦਾ। ਉਹ ਰਾਹਾਂ ਵਿੱਚ ਹੀ ਰਹਿੰਦਾ, ਉਹ ਮੰਜ਼ਿਲ ਤੇ ਕਦੇ ਪਹੁੰਚਦਾ ਹੀ ਨਹੀਂ, ਕਿਉਂਕਿ ਕਦੇ ਕਿਸੇ ਰਾਹ ਤੁਰ ਪੈਂਦਾ, ਕਦੇ ਕਿਸੇ ਰਾਹ। ਮਾਇਆ ਬੰਦੇ ਨੂੰ ਭਟਕਾਈ ਰੱਖਦੀ ਹੈ। ਜਿੱਧਰ ਨੂੰ ਦੇਖਦਾ ਕਿ ਵੱਧ ਮਾਇਆ ਹੈ ਉਧਰ ਨੂੰ ਤੁਰ ਪੈਂਦਾ, ਉਸ ਪਾਸੇ ਨੂੰ ਭੱਜ ਤੁਰਦਾ ਹੈ। ਭਰਮੇ ਭੁੱਲਾ ਬਹੁਤੀ ਰਾਹੀਂ, ਬਾਹਰ ਭੇਖ ਕਰੇ ਕਨੇਰੇ। ਬਾਹਰੋਂ ਬਹੁਤੇ ਭੇਖ ਕਰਦਾ, ਭੇਖ ਪਖੰਡ, ਕਿ ਉਹੋ ਜਿਹਾ ਲਿਬਾਸ ਪਹਿਨਣ ਦੀ ਕੋਸ਼ਿਸ਼ ਕਰੇਗਾ, ਧਾਰਨ ਕਰਨ ਦੀ, ਕਿ ਲੋਕ ਪ੍ਰਭਾਵਿਤ ਹੋਣ, ਕਿ ਲੋਕ ਉਸ ਨੂੰ ਚੰਗਾ ਸਮਝਣ। ਉਹੋ ਜਿਹਾ ਭੇਖ ਧਾਰਨ ਕਰਦਾ ਹੈ। ਬਾਹਰ ਭੇਖ ਕਰੇ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ। ਪਰ ਸਤਿਗੁਰੂ ਕਹਿੰਦੇ ਬੰਦੇ ਦੇ ਅੰਦਰ ਵਿਖਿਆ ਮਾਇਆ ਆ ਉਤਰੀ ਹੈ, ਉਸ ਨੇ ਬੰਦੇ ਨੂੰ ਘੇਰ ਲਿਆ। ਮਾਇਆ ਨੇ ਸਾਡੇ ਮਨ ਨੂੰ ਘੇਰ ਲਿਆ ਚਾਰੇ ਪਾਸਿਆਂ ਤੋਂ। ਮਨ ਕਿੱਧਰ ਨੂੰ ਵੀ ਭੱਜੇ, ਇਹ ਮਾਇਆ ਵੱਲ ਨੂੰ ਹੀ ਭੱਜਦਾ ਹੈ। ਜਿੱਧਰ ਨੂੰ ਵੀ ਦੌੜੇ, ਇਹ ਮਾਇਆ ਵੱਲ ਨੂੰ ਹੀ ਦੌੜਦਾ ਹੈ। ਮਨ ਦੀ ਹਰ ਦੌੜ ਮਾਇਆ ਵੱਲ ਨੂੰ ਹੈ, ਮਨ ਦੀ ਹਰ ਦੌੜ। ਤੁਸੀਂ ਬਹੁਤ ਦਫਾ ਇਹ ਸੁਣਿਆ ਹੋਵੇਗਾ ਕਿ ਮਨ ਵਿੱਚ ਦੋ ਵਿਚਾਰਾਂ ਹੁੰਦੀਆਂ ਜੀ,
ਜਦੋਂ ਵੀ ਬੰਦਾ ਕੁਝ ਕਰਨ ਲੱਗਦਾ ਹੈ ਤਾਂ ਉਹਦੇ ਮਨ ਵਿੱਚ ਵਿਚਾਰ ਉੱਠਦਾ ਹੈ ਕਿ ਕੰਮ ਗਲਤ ਹੈ, ਨਹੀਂ ਕਰਨਾ ਚਾਹੀਦਾ। ਖਿਆਲ ਰੱਖਣਾ, ਇਹ ਦੋਨੋਂ ਹੀ ਗੱਲਾਂ ਮਨ ਦੀਆਂ ਨੇ, ਚੰਗੀ ਵੀ ਤੇ ਮੰਦੀ ਵੀ। ਜਦੋਂ ਕੁਝ ਅਸੀਂ ਕਰਨ ਲੱਗਦੇ ਹਾਂ, ਮਨ ਕਹਿੰਦਾ ਨਹੀਂ ਇਹ ਗਲਤ ਹੈ, ਇਹ ਨਹੀਂ ਕਰਨਾ ਚਾਹੀਦਾ, ਪਰ ਬੰਦਾ ਕਰਦਾ ਹੈ। ਕਰਨ ਵਾਲੀ ਵਿਚਾਰ ਵੀ ਮਨ ਦੀ ਹੈ ਤੇ ਨਾ ਕਰਨ ਵਾਲੀ ਵੀ ਮਨ ਦੀ। ਪਾਪ ਵੀ ਮੰਨਦਾ ਹੈ ਤੇ ਪੁੰਨ ਵੀ ਮੰਨਦਾ ਹੈ। ਜਿਹੜਾ ਪਾਪ ਤੇ ਪੁੰਨ ਤੋਂ ਰਹਿਤ ਹੈ ਉਹ ਮਨ ਤੋਂ ਪਾਰ ਹੈ, ਉਹ ਮਨ ਤੋਂ ਪਾਰ। ਅਸੀਂ ਲੋਕ ਸਭ ਮਨ ਦੇ ਚੱਕਰ ਵਿੱਚ ਉਲਝੇ ਹਾਂ, ਮਾਇਆ ਦੇ ਚੱਕਰ ਵਿੱਚ। ਤੇ ਜਦੋਂ ਅਸੀਂ ਗਲਤ ਕਰਦੇ ਹਾਂ ਉਦੋਂ ਸਾਨੂੰ ਲੱਗਦਾ ਹੈ ਅਸੀਂ ਪਾਪ ਕਰ ਰਹੇ ਹਾਂ, ਜਦੋਂ ਅਸੀਂ ਚੰਗਾ ਕਰ ਰਹੇ ਹਾਂ ਤਾਂ ਲੱਗਦਾ ਹੈ ਪੁੰਨ ਕਰ ਰਹੇ ਹਾਂ। ਮਨ ਦੋਨਾਂ ਵਿੱਚ ਹੀ ਉਲਝਾਈ ਰੱਖਦਾ ਹੈ ਬੰਦੇ ਨੂੰ, ਕਦੇ ਪਾਪ ਵਿੱਚ ਕਦੇ ਪੁੰਨ ਵਿੱਚ, ਕਦੇ ਚੰਗੇ ਵਿੱਚ ਤੇ ਕਦੇ ਮੰਦੇ ਵਿੱਚ। ਅਸੀਂ ਇੱਥੇ ਉਲਝ ਕੇ ਰਹਿ ਜਾਂਦੇ ਹਾਂ, ਇਸ ਤੋਂ ਅਗਾਂਹ ਅਸੀਂ ਕਦੀ ਵੱਧ ਹੀ ਨਹੀਂ ਪਾਉਂਦੇ। ਸਤਿਗੁਰੂ ਕਹਿੰਦੇ ਮਾਇਆ ਅੰਤਰ ਵਿਖਿਆ ਉਤਰੀ ਘੇਰੇ, ਇਹਨੇ ਬੰਦੇ ਨੂੰ ਘੇਰਿਆ ਹੋਇਆ ਚਾਰੇ ਪਾਸਿਆਂ ਤੋਂ। ਨਾ ਬੰਦਾ ਪਾਪ ਤੋਂ ਮੁਕਤ ਹੋ ਪਾਉਂਦਾ, ਨਾ ਪੁੰਨ ਤੋਂ, ਨਾ ਗਲਤੀ ਛੱਡਦਾ ਤੇ ਨਾ ਪਛਤਾਵਾ। ਗਲਤੀ ਕਰਦਾ ਪਛਤਾਵਾ ਕਰ ਲੈਂਦਾ, ਫਿਰ ਗਲਤੀ ਕਰਦਾ ਫਿਰ ਪਛਤਾਵਾ ਕਰ ਲੈਂਦਾ, ਇਹ ਸਿਲਸਿਲਾ ਚੱਲਦਾ ਰਹਿੰਦਾ ਹੈ, ਮੁਕਤੀ ਨਹੀਂ ਮਿਲਦੀ। ਅੰਤਰ ਵਿਖਿਆ ਉਤਰੀ ਘੇਰੈ ਅਵਰ ਉਪਦੇਸੈ, ਆਪ ਨਾ ਬੂਝੈ, ਦੂਸਰਿਆਂ ਨੂੰ ਉਪਦੇਸ਼ ਦਿੰਦਾ, ਦੂਸਰਿਆਂ ਨੂੰ ਉਪਦੇਸ਼ ਦਿੰਦਾ, ਦੂਸਰਿਆਂ ਨੂੰ ਸਿੱਖਿਆ ਦਿੰਦਾ, ਪਰ ਆਪ ਨਹੀਂ ਬੁੱਝਦਾ, ਪਰ ਆਪ ਨਹੀਂ ਸਮਝਦਾ, ਆਪ ਜਰਾ ਵੀ ਨਹੀਂ ਸਮਝਦਾ। ਦੂਸਰਿਆਂ ਨੂੰ ਕਹੀ ਜਾਂਦਾ ਕਿ ਭਾਈ ਚੰਗਾ ਕਰੋ, ਪਰ ਆਪ ਕਰਦਾ ਨਹੀਂ। ਆਪ ਨੇਕੀ ਨਹੀਂ ਕਰਦਾ, ਦੂਸਰਿਆਂ ਨੂੰ ਨੇਕੀ ਕਰਨ ਦਾ ਉਪਦੇਸ਼ ਦਿੰਦਾ ਹੈ। ਅਵਰ ਉਪਦੇਸ਼ੈ ਆਪ ਨਾ ਬੂਝੈ, ਐਸਾ ਬ੍ਰਾਹਮਣ ਕਹੀਂ ਨਾ ਸਿੱਝੈ। ਸਤਿਗੁਰੂ ਕਹਿੰਦੇ ਐਸਾ ਬ੍ਰਾਹਮਣ ਉਹ ਕਿਤੇ ਨਹੀਂ ਸਿੱਝਦਾ, ਉਹ ਕਿਤੇ ਸਫਲ ਨਹੀਂ ਹੁੰਦਾ, ਉਹਨੂੰ ਕਦੇ ਸਫਲਤਾ ਨਹੀਂ ਮਿਲਦੀ। ਐਸੇ ਬੰਦੇ ਨੂੰ, ਐਸੇ ਬ੍ਰਾਹਮਣ ਨੂੰ ਉਹ ਕੀ ਹਾਸਲ ਕਰਦਾ ਹੈ? ਕੁਛ ਵੀ ਨਹੀਂ। ਮਾਇਆ ਤੇ ਜੋੜ ਲਏਗਾ, ਚਾਰ ਪੈਸੇ ਤੇ ਇਕੱਠੇ ਕਰ ਲਏਗਾ, ਪਰ ਰੱਬ ਦੇ ਦਰ ਥਾਂ ਨਹੀਂ। ਦੁਨੀਆ ਦੇ ਵਿੱਚ ਤੇ ਉਹ ਹੋ ਸਕਦਾ ਕਿ ਆਪਣੇ ਆਪ ਨੂੰ ਵੱਡਾ ਕਹਾ ਲਵੇ ਕਿ ਜੀ ਬਹੁਤ ਵੱਡਾ ਧਰਮ ਦਾ ਪ੍ਰਚਾਰਕ, ਪਰ ਮਾਇਆ ਦੀ ਖਾਤਰ ਉਲਝਿਆ ਹੋਇਆ। ਐਸੇ ਬਹੁਤ ਵੱਡੇ ਵੱਡੇ ਨਾਮਵਰ ਪ੍ਰਚਾਰਕ ਨੇ ਜਿਨ੍ਹਾਂ ਨੂੰ ਜਿੱਥੋਂ ਘੱਟ ਮਾਇਆ ਮਿਲੇ ਉੱਥੇ ਉਹ ਦੁਬਾਰਾ ਜਾਂਦੇ ਨਹੀਂ। ਬਹੁਤ ਵੱਡੇ ਵੱਡੇ ਵਿਦਵਾਨ, ਉਹਨਾਂ ਨੂੰ ਅਕਸਰ ਤੁਸੀਂ ਟੀਵੀਆਂ ਤੇ ਦੇਖਦੇ ਹੋ ਕਿ ਦੁਬਾਰਾ ਉੱਥੇ ਕਦੇ ਨਹੀਂ ਜਾਂਦੇ ਜਿੱਥੇ ਉਹਨਾਂ ਨੂੰ ਥੋੜੇ ਪੈਸੇ ਮਿਲਣ। ਸਤਿਗੁਰੂ ਕਹਿੰਦੇ ਇਹੋ ਜਿਹਾ ਬੰਦਾ ਉਹ ਕਿਵੇਂ ਤਰੇਗਾ? ਉਹ ਤਰ ਹੀ ਨਹੀਂ ਸਕਦਾ, ਉਹ ਮਾਇਆ ਦੇ ਵਿੱਚ ਹੀ ਉਲਝ ਗਿਆ। ਐਸਾ ਬ੍ਰਾਹਮਣ ਕਹੀ ਨਾ ਸਿੱਝੈ, ਉਹ ਕਿਤੇ ਨਹੀਂ ਸਿੱਝਦਾ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ। ਸਤਿਗੁਰੂ ਕਹਿੰਦੇ ਹੈ ਮੂਰਖ ਆਦਮੀ ਉਸ ਪ੍ਰਭੂ ਨੂੰ ਸੰਭਾਲ ਜਿਹਦਾ ਉਪਦੇਸ਼ ਤੂੰ ਦੂਸਰਿਆਂ ਨੂੰ ਦਿੰਦਾ ਕਿ ਰੱਬ ਨੂੰ ਸਿਮਰੋ। ਸਤਿਗੁਰੂ ਕਹਿੰਦੇ ਉਹਨੂੰ ਕਦੇ ਆਪ ਵੀ ਸਿਮਰ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਦੇਖਤ ਸੁਨਤ ਤੇਰੇ ਹੈ ਨਾਲ। ਜਿਹੜਾ ਦੇਖਦਿਆਂ ਸੁਣਦਿਆਂ ਹਰ ਵੇਲੇ ਤੇਰੇ ਨਾਲ ਹੈ, ਜਿਹੜਾ ਹਰ ਵੇਲੇ ਸਾਡੇ ਨਾਲ ਹੈ, ਸਾਨੂੰ ਦੇਖ ਰਿਹਾ, ਸਾਨੂੰ ਸੁਣ ਰਿਹਾ। ਸਤਿਗੁਰੂ ਕਹਿੰਦੇ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਕਿਵੇਂ ਮੁੱਕਰ ਜਾਈਏ ਉਸ ਪ੍ਰਮਾਤਮਾ ਦੇ ਸਾਹਮਣੇ? ਅਸੀਂ ਦੁਨੀਆ ਦੇ ਸਾਹਮਣੇ ਮੁੱਕਰ ਸਕਦੇ ਹਾਂ, CCTV ਕੈਮਰੇ ਵਿੱਚ ਸਾਡੀ ਤਸਵੀਰ ਆ ਜਾਂਦੀ ਹੈ, ਅਸੀਂ ਤਾਂ ਵੀ ਮੁੱਕਰ ਜਾਂਦੇ, ਨਾ ਜੀ ਇਹ ਤਾਂ ਮੈਂ ਹੈ ਹੀ ਨਹੀਂ, ਇਹ ਕੋਈ ਹੋਰ ਬੰਦਾ ਹੋਣਾ ਜਿਹੜਾ ਮੇਰੇ ਵਰਗਾ ਦਿਸਦਾ। ਪਰ ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਅੱਗੇ ਨਹੀਂ ਬੰਦਾ ਮੁੱਕਰ ਸਕਦਾ, ਉਹਦੇ ਅੱਗੇ ਨਹੀਂ, ਦੁਨੀਆ ਅੱਗੇ ਅਸੀਂ ਮੁੱਕਰ ਜਾਵਾਂਗੇ। ਜੱਜ ਅੱਗੇ ਅਸੀਂ ਕਹਿ ਦੇਵਾਂਗੇ ਨਹੀਂ ਜੀ ਮੈਂ ਤਾਂ ਹੈ ਹੀ ਨਹੀਂ ਸੀ, ਮੈਂ ਤਾਂ ਉਸ ਦਿਨ ਕਿਤੇ ਹੋਰ ਗਿਆ ਹੋਇਆ ਸੀ। ਝੂਠਾ ਕੋਈ ਗਵਾਹ ਵੀ ਪੈਦਾ ਕਰ ਲਵਾਂਗੇ ਕਿ ਹਾਂ ਇਹ ਬੰਦਾ ਤੇ ਮੇਰੇ ਨਾਲ ਸੀ ਉਸ ਦਿਨ। ਪਰ ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਦੇ ਅੱਗੇ ਇਹ ਝੂਠੀਆਂ ਗੱਲਾਂ ਨਹੀਂ ਚੱਲਦੀਆਂ।
ਉਹ ਹਰ ਵੇਲੇ ਸਾਨੂੰ ਸੁਣਦਾ, ਹਰ ਵੇਲੇ ਸਾਨੂੰ ਵੇਖਦਾ। ਜਦੋਂ ਅਸੀਂ ਪਾਪ ਕਰਦੇ ਹਾਂ ਉਹ ਤਾਂ ਵੀ ਦੇਖਦਾ, ਜਦੋਂ ਪੁੰਨ ਕਰਦੇ ਹਾਂ ਤਾਂ ਵੀ ਦੇਖਦਾ। ਕਿਸੇ ਦਾ ਭਲਾ ਕਰਦੇ ਹਾਂ ਉਹ ਤਾਂ ਵੀ ਸਾਨੂੰ ਦੇਖ ਰਿਹਾ, ਕਿਸੇ ਦਾ ਬੁਰਾ ਕਰ ਰਹੇ ਹਾਂ ਉਹ ਤਾਂ ਵੀ ਸਾਨੂੰ ਦੇਖ ਰਿਹਾ। ਇਹ ਨਹੀਂ ਕਿ ਉਹ ਵੱਖਰਾ ਕਿਤੇ ਸਾਨੂੰ ਦੇਖ ਰਿਹਾ, ਉਹ ਸਾਡੇ ਅੰਦਰ ਬੈਠਾ ਹੀ ਸਾਨੂੰ ਦੇਖ ਰਿਹਾ ਹੈ। ਉਹ ਦੂਸਰਿਆਂ ਦੇ ਅੰਦਰ ਬੈਠਾ ਵੀ ਸਾਨੂੰ ਦੇਖ ਰਿਹਾ ਹੈ। ਸਤਿਗੁਰੂ ਕਹਿੰਦੇ ਦੇਖਤ ਸੁਨਤ ਤੇਰਾ ਹੈ ਨਾਲ, ਉਹ ਦੇਖਦਿਆਂ ਸੁਣਦਿਆਂ ਹਰ ਵੇਲੇ ਤੇਰੇ ਨਾਲ ਹੈ, ਦੇਖਦਾ ਵੀ ਹੈ ਸੁਣਦਾ ਵੀ ਹੈ। ਕਹੋ ਨਾਨਕ ਜੇ ਹੋਵੀ ਭਾਗ, ਸਤਿਗੁਰੂ ਕਹਿੰਦੇ ਜੇ ਬੰਦੇ ਦੇ ਭਾਗ ਹੋਣ, ਜਿਹਦੇ ਭਾਗ ਜਾਗ ਪੈਣ, ਤਾਂ ਮਾਨ ਛਾੜ ਗੁਰ ਚਰਨੀ ਲਾਗ। ਆਪਣਾ ਮਾਣ ਛੱਡ, ਆਪਣੇ ਵੱਡੇ ਹੋਣ ਦਾ, ਕਿ ਮੈਂ ਬਹੁਤ ਵੱਡਾ, ਮੇਰੇ ਵਰਗਾ ਹੋਰ ਕੋਈ ਨਹੀਂ। ਸਤਿਗੁਰੂ ਕਹਿੰਦੇ ਇਹ ਛੱਡ, ਇਹਦੇ ਵਿੱਚ ਕੁਛ ਨਹੀਂ ਪਿਆ ਕਿ ਮੇਰੇ ਵਰਗਾ ਵਧੀਆ ਧਰਮ ਦੀ ਗੱਲ ਕਰਨ ਵਾਲਾ, ਪ੍ਰਚਾਰ ਕਰਨ ਵਾਲਾ, ਗੁਰਬਾਣੀ ਦੀ ਵਿਆਖਿਆ ਕਰਨ ਵਾਲਾ ਹੋਰ ਕੋਈ ਨਹੀਂ, ਮੇਰੇ ਵਰਗਾ ਕੀਰਤਨ ਕਰਨ ਵਾਲਾ ਹੋਰ ਕੋਈ ਨਹੀਂ ਮੇਰੇ ਜੈਸਾ। ਸਤਿਗੁਰੂ ਕਹਿੰਦੇ ਇਹ ਫਾਲਤੂ ਦੀਆਂ ਗੱਲਾਂ ਨੇ, ਇਹਨਾਂ ਵਿੱਚ ਕੱਖ ਨਹੀਂ ਪਿਆ। ਮਾਨ ਛੱਡ ਗੁਰਚਰਨੀ ਲਾਗ, ਤੂੰ ਆਪਣਾ ਮਾਣ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜ। ਆਪਣੇ ਵੱਡੇ ਹੋਣ ਦੀ ਗੱਲ ਹੀ ਛੱਡ ਦੇ ਤੂੰ ਕਿ ਮੈਂ ਕੁਛ ਹਾਂ। ਸਾਡੀ ਕੀ ਹਸਤੀ ਹੈ? ਸਾਡੀ ਕਿਸੇ ਦੀ ਕੋਈ ਹਸਤੀ ਨਹੀਂ ਹੈ, ਕੁਛ ਵੀ ਨਹੀਂ ਹੈ। ਕੀ ਹਾਂ ਅਸੀਂ? ਕੱਖ ਵੀ ਨਹੀਂ ਹਾਂ। ਸਤਿਗੁਰੂ ਕਹਿੰਦੇ ਪਾਣੀ ਦਾ ਬੁਲਬੁਲਾ ਹੈ, ਇੰਨੀ ਕੁ ਸਾਡੀ ਹਸਤੀ ਹੈ। ਜਿਵੇਂ ਪਾਣੀ ਵਿੱਚ ਜਰਾ ਜੀ ਹਵਾ ਭਰ ਜਾਂਦੀ ਤੇ ਉਹ ਬੁਲਬੁਲਾ ਬਣ ਜਾਂਦਾ, ਬਸ। ਸਾਡਾ ਮਾਣ, ਸਾਡਾ ਹੰਕਾਰ ਇੰਨਾ ਕੁ ਹੈ। ਜਿਵੇਂ ਹੀ ਉਹ ਕਿੰਨੇ ਕੁ ਸੈਕਿੰਡ ਰਹਿੰਦਾ ਹੈ ਉਹ ਪਾਣੀ ਦਾ ਬੁਲਬੁਲਾ, ਕੁਝ ਸੈਕਿੰਡ, ਜਿਵੇਂ ਹਵਾ ਨਿਕਲੀ ਖਤਮ। ਇਸ ਲਈ ਸਾਡਾ ਇਹ ਗੁਰੂਰ, ਥੋੜੇ ਦਿਨ ਹੋਏ ਨਾ ਲਤਾ ਮੰਗੇਸ਼ਕਰ ਨੂੰ ਗਿਆ, ਉਹਦੇ ਆਖਰੀ ਬਿਆਨ, ਉਹਦੀਆਂ ਆਖਰੀਆਂ ਗੱਲਾਂ ਸੁਣਨ ਵਾਲੀਆਂ ਨੇ, ਬੜੀਆਂ ਭਾਵਪੂਰਕ ਤੇ ਬਹੁਤ ਹੀ ਸਿਆਣਪ ਭਰਪੂਰ ਗੱਲਾਂ। ਉਸਨੇ ਕਿਹਾ ਅੱਜ ਮੇਰੇ ਕੋਲ ਘਰ ਦੇ ਬਾਹਰ ਗੱਡੀਆਂ ਖੜੋਤੀਆਂ ਨੇ, ਬਹੁਤ ਸਾਰੀਆਂ, ਮਹਿੰਗੀਆਂ ਤੋਂ ਮਹਿੰਗੀਆਂ, ਬੰਗਲਿਆਂ ਦੇ ਵਿੱਚ ਮੈਂ ਬੈਠੀ ਹਾਂ, ਐਡਾ ਵੱਡਾ ਮੇਰੇ ਕੋਲ ਬੰਗਲਾ ਹੈ, ਪਰ ਮੈਂ ਆਪਣੇ ਇਸ ਕਮਰੇ ਤੋਂ ਦੂਸਰੇ ਕਮਰੇ ਵਿੱਚ ਤੁਰ ਕੇ ਨਹੀਂ ਜਾ ਸਕਦੀ, ਵੀਲ ਚੇਅਰ ਤੇ ਜਾਣਾ ਪੈ ਰਿਹਾ ਹੈ। ਕੀ ਕਰਨਾ ਹੈ ਐਸੇ ਘਰ ਨੂੰ? ਗੱਡੀਆਂ ਬਹੁਤ ਨੇ ਮੇਰੇ ਕੋਲ, ਪਰ ਉਹਨਾਂ ਤੱਕ ਮੈਂ ਤੁਰ ਕੇ ਨਹੀਂ ਜਾ ਸਕਦੀ। ਪੈਸਾ ਬੜਾ ਕਮਾਇਆ ਜੀਵਨ ਵਿੱਚ, ਨਾਮ ਸ਼ੌਹਰਤ ਬੜੀ ਕਮਾਈ ਹੈ, ਪਰ ਕੀ ਖੱਟ ਕੇ ਚੱਲੇ ਆ? ਕੁਛ ਵੀ ਨਹੀਂ, ਖਾਲੀ ਤੁਰ ਚੱਲੇ ਆ। ਉਹ ਬੰਗਲੇ, ਉਹ ਘਰ, ਉਹ ਮਹਿੰਗੀਆਂ ਕਾਰਾਂ, ਉਹ ਉੱਥੇ ਖੜੋਤੀਆਂ ਰਹਿ ਗਈਆਂ। ਇਸ ਲਈ ਸਤਿਗੁਰੂ ਕਹਿੰਦੇ ਆਪਣੇ ਵੱਡੇ ਹੋਣ ਦਾ ਗਰੂਰ ਛੱਡ, ਆਪਣਾ ਮਾਣ ਛੱਡ ਕਿ ਕੁਛ ਨਹੀਂ ਲੈ ਕੇ ਚੱਲੇ ਇੱਥੋਂ, ਕਿ ਮੈਂ ਬਹੁਤ ਵੱਡਾ, ਮੈਂ ਬੜਾ ਵੱਡਾ ਵਧੀਆ ਗਵਈਆ, ਮੈਂ ਬਹੁਤ ਸੋਹਣਾ ਕੀਰਤਨ ਕਰ ਲੈਣਾ, ਮੈਂ ਬਹੁਤ ਸੋਹਣੀ ਕਥਾ ਕਰ ਲੈਣਾ, ਮੈਂ ਬਹੁਤ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਮੈਨੇਜ ਕਰ ਲੈਣਾ। ਸਤਿਗੁਰੂ ਕਹਿੰਦੇ ਇਹ ਸਭ ਮਾਣ ਛੱਡ ਕੇ ਤੂੰ ਗੁਰੂ ਦੇ ਚਰਨਾਂ ਨਾਲ ਜੁੜ। ਮਾਣ ਛੱਡ ਗੁਰਚਰਨੀ ਲਾਗ, ਤਾਂ ਹੀ ਭਲਾ ਹੋਣਾ ਹੈ, ਤਾਂ ਹੀ ਸਾਡਾ ਜੀਵਨ ਸਵਰਨਾ ਹੈ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ, ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।